सत श्री अकाल, गुड इवनिंग टू एवरीवन। ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਸਵਾਗਤ ਹੈ ਤੇ ਅੱਜ ਦੇ ਸੈਸ਼ਨ 'ਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਰੈਕਟਰਿਸਟਿਕਸ ਆਫ ਗਰੋਥ ਐਂਡ ਡਿਵੈਲਪਮੈਂਟ। ਅਸੀਂ ਗਰੋਥ ਐਂਡ ਡਿਵੈਲਪਮੈਂਟ ਬਾਰੇ ਪਹਿਲਾਂ ਵੀ ਬਹੁਤ ਕੁਝ ਪੜ੍ਹ ਚੁੱਕੇ ਹਾਂ ਤੇ ਅੱਜ ਦੇ ਸੈਸ਼ਨ 'ਚ ਅਸੀਂ ਇੱਕ ਬਰੀਫ ਡਿਸਕਸ਼ਨ ਕਰਾਂਗੇ ਜਿਹੜੇ ਕਿ ਕਰੈਕਟਰਿਸਟਿਕਸ ਨੇ ਗਰੋਥ ਐਂਡ ਡਿਵੈਲਪਮੈਂਟ ਦੇ, ਉਹਨਾਂ ਦੇ ਬਾਰੇ। ਕਲੀਅਰ ਹੈ ਜੀ। ਜਿੱਦਾਂ ਕਿ ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ ਕਿ ਗਰੋਥ ਐਂਡ ਡਿਵੈਲਪਮੈਂਟ ਇੱਕ ਬੜਾ ਹੀ ਇੰਪੋਰਟੈਂਟ ਪਾਰਟ ਹੈ, ਇੰਪੋਰਟੈਂਟ ਚੈਪਟਰ, ਇੰਪੋਰਟੈਂਟ ਟੌਪਿਕ ਅਸੀਂ ਜਿਹਨੂੰ ਕਹਿ ਸਕਦੇ ਹਾਂ। ठीक है, तो ये बारे ਅਸੀਂ ਪਹਿਲਾਂ ਵੀ डिस्कस कर चुके हैं कि ग्रोथ की है तो डिवेलपमेंट की है। ਅੱਜ ਇਹਨਾਂ ਦੇ ਕਰੈਕਟਰਿਸਟਿਕਸ यानी कि नेचर ਬਾਰੇ ਅਸੀਂ डिस्कस ਕਰਾਂਗੇ कि ग्रोथ ਤੇ ਡਿਵੈਲਪਮੈਂਟ ਦੇ नेचर ਕੀ ਨੇ, ਇਹਨਾਂ ਚੋਂ ਕੀ ਡਿਫਰੈਂਸ ਸਾਨੂੰ ਦੇਖਣ ਨੂੰ ਮਿਲਦਾ ਹੈ। ਠੀਕ ਹੈ, ਤੇ ਐਗਜ਼ਾਮੀਨਰ ਤੁਹਾਨੂੰ ਕਿੱਦਾਂ ਕੁਐਸਚਨ ਇਹਦੇ 'ਚ ਪੁੱਛ ਸਕਦਾ ਹੈ। ਕਲੀਅਰ ਹੈ ਜੀ। ਚਲੋ, ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਦੇਖਦੇ ਹਾਂ ਕਿ ग्रोथ ਤੇ ਡਿਵੈਲਪਮੈਂਟ ਹੈ ਨਾ, ਦੋ ਡਿਫਰੈਂਟ ਟਰਮਸ, ਠੀਕ ਹੈ, ਜਿਨ੍ਹਾਂ ਦੇ ਦੋ ਡਿਫਰੈਂਟ ਮੀਨਿੰਗ ਨਿਕਲ ਕੇ ਆਏ ਸੀਗੇ। ਅਸੀਂ ਪਹਿਲਾਂ ਵੀ डिस्कस ਕਰ ਚੁੱਕੇ ਹਾਂ ਤੇ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਹੜਾ ਗਰੋਥ ਐਂਡ ਡਿਵੈਲਪਮੈਂਟ ਹੈ, ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਜਿਹੜਾ ਗਰੋਥ ਹੈ, ਠੀਕ ਹੈ, ਉਹ ਡਿਵੈਲਪਮੈਂਟ ਦਾ ਹੀ ਇੱਕ ਪਾਰਟ ਹੈ। ਜਿਹੜਾ ਗਰੋਥ ਹੈ ਉਹ ਡਿਵੈਲਪਮੈਂਟ ਦਾ ਹੀ ਇੱਕ ਪਾਰਟ ਹੈ। ਜਿੱਦਾਂ ਇਹ ਡਿਵੈਲਪਮੈਂਟ ਹੈ ਤੇ ਗਰੋਥ ਹੈ। ਹੁਣ ਗਰੋਥ ਤੇ ਡਿਵੈਲਪਮੈਂਟ ਜਿਹੜੀਆਂ ਨੇ, ਠੀਕ ਹੈ, ਇਹਨਾਂ ਚੋਂ ਇੱਕ ਡਿਫਰੈਂਸ ਤਾਂ ਸਾਨੂੰ ਸਮਝ ਆਇਆ ਹੈ ਕਿ ਗਰੋਥ ਦਾ ਜਿਹੜਾ ਡੋਮੇਨ ਹੈ ਉਹ ਕਿਆ ਹੈ, ਉਹ ਨੈਰੋ ਡੋਮੇਨ ਹੈ। ਜਿਹੜਾ ਗਰੋਥ ਹੈ ਉਹਦਾ ਜਿਹੜਾ ਡੋਮੇਨ ਹੈ ਉਹ ਨੈਰੋ ਹੈ, ਯਾਨੀ ਕਿ ਇਹ ਕੁਝ ਜ਼ਿਆਦਾ ਨਹੀਂ ਹੈ। ਤੇ ਔਨ ਦੀ ਅਦਰ ਸਾਈਡ ਜਿਹੜਾ ਡਿਵੈਲਪਮੈਂਟ ਹੈ ਇਹਦਾ ਜਿਹੜਾ ਡੋਮੇਨ ਹੈ ਇਹ ਬ੍ਰੌਡ ਹੈ ਨਾ। ਅਸੀਂ ਇਹ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਹੈ ਨਾ। ਜਿਹਨੂੰ ਅਸੀਂ ਜਿੱਦਾਂ ਗਰੋਥ ਦੀ ਜੇ ਅਸੀਂ ਗੱਲ ਕਰੀਏ ਤਾਂ ਗਰੋਥ ਦਾ ਮਤਲਬ ਹੈ ਕਿ ਜਿਹੜੇ ਵੀ ਸਾਡੇ ਫਿਜ਼ੀਕਲ ਚੇਂਜਸ ਸਾਨੂੰ ਦੇਖਣ ਨੂੰ ਮਿਲਦੇ ਆ, ਹੈ ਨਾ, ਜਿਹੜੇ ਵੀ ਸਟਰਕਚਰਲ ਚੇਂਜਸ ਸਾਨੂੰ ਦੇਖਣ ਨੂੰ ਮਿਲਦੇ ਆ, ਦੈਟ ਇਜ਼ ਗਰੋਥ। ਠੀਕ ਹੈ, ਤੇ ਗਰੋਥ ਹਮੇਸ਼ਾ ਹੀ ਲਿਮਿਟਿਡ ਹੁੰਦੀ ਹੈ। ਗਰੋਥ ਜਿਹੜੀ ਹੈ ਲਿਮਿਟਿਡ ਹੁੰਦੀ ਹੈ, ਬਟ ਜਿਹੜੀ ਡਿਵੈਲਪਮੈਂਟ ਹੈ ਉਹ ਲਿਮਿਟਿਡ ਨਹੀਂ ਹੈ। ਠੀਕ ਹੈ, ਇਹ ਕੰਟੀਨਿਊਸ ਪ੍ਰੋਸੈਸ ਹੈ ਜਿਹੜਾ ਥਰੂ ਆਊਟ ਲਾਈਫ ਚੱਲਦਾ ਹੈ। ਇਹਦੇ ਬਾਰੇ ਅਸੀਂ ਬਹੁਤ ਸਾਰੇ ਐਗਜ਼ਾਮਪਲ ਆਲਰੇਡੀ ਅਸੀਂ ਦੇਖ ਚੁੱਕੇ ਹਾਂ ਤੇ ਅੱਜ ਵੀ ਮੈਂ ਬਹੁਤ ਸਾਰੇ ਐਗਜ਼ਾਮਪਲ ਤੁਹਾਡੇ ਨਾਲ ਡਿਸਕਸ ਕਰਾਂਗਾ। ਠੀਕ ਹੈ, ਤੇ ਇਸ ਵੀਡੀਓ 'ਚ ਜਿਹੜੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਇਹਨਾਂ ਦਾ ਡਿਫਰੈਂਸ ਜਾਣਨਾ ਹੈ। ਠੀਕ ਹੈ, ਇਹਨਾਂ ਦਾ ਡਿਫਰੈਂਸ, ਕਿਉਂਕਿ ਡਿਫਰੈਂਸ ਨੂੰ ਲੈ ਕੇ ਕਈ ਵਾਰ ਸਾਨੂੰ ਕੁਐਸਚਨ ਦੇਖਣ ਨੂੰ ਮਿਲਦੇ ਆ। ਕਲੀਅਰ ਹੈ ਜੀ ਗੱਲ। ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਠੀਕ ਹੈ ਜੀ, ਅਸੀਂ ਡਿਸਕਸ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਕਰੈਕਟਰਿਸਟਿਕਸ ਜਾਂ ਨੇਚਰ ਨੇ ਕਿਹਦੇ, ਡਿਵੈਲਪਮੈਂਟ ਦੇ ਨੇਚਰ ਨੇ। ਠੀਕ ਹੈ, ਕਰੈਕਟਰਿਸਟਿਕਸ ਜਾਂ ਫਿਰ ਡਿਵੈਲਪਮੈਂਟ ਦੇ ਨੇਚਰ। ਸਭ ਤੋਂ ਪਹਿਲਾਂ ਮੈਂ ਤੇ ਹੈਡਿੰਗ ਲਾ ਦਿੰਦਾ ਕਿ ਡਿਵੈਲਪਮੈਂਟ। ਠੀਕ ਹੈ, ਡਿਵੈਲਪਮੈਂਟ ਬਾਰੇ ਥੋੜਾ ਜਿਹਾ ਜਾਣਦੇ ਅਸੀਂ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਸਭ ਤੋਂ ਪਹਿਲੀ ਗੱਲ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਡਿਵੈਲਪਮੈਂਟ ਕੀ ਹੈ, ਉਹ ਸਟੈਟਿਕ ਨਹੀਂ ਹੁੰਦੀ। ਠੀਕ ਹੈ, ਉਹ ਸਟੈਟਿਕ ਨਹੀਂ ਹੁੰਦੀ। ਡਿਵੈਲਪਮੈਂਟ ਜਿਹੜੀ ਹੈ, ਸਭ ਤੋਂ ਪਹਿਲੀ ਗੱਲ ਜਿਹੜੀ ਅਸੀਂ ਡਿਸਕਸ ਕਰ ਚੁੱਕੇ ਕਿ ਬ੍ਰੌਡ ਹੈ, ਬ੍ਰੌਡ ਡੋਮੇਨ ਹੈ। ਇਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸਾਨੂੰ ਆਪਣੀ ਲਾਈਫ ਦੇ ਬਹੁਤ ਸਾਰੇ ਇਦਾਂ ਦੇ ਐਸਪੈਕਟ ਨੇ ਜਿੱਥੇ ਸਾਨੂੰ ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ, ਜਾਂ ਫਿਰ ਅਸੀਂ ਇਦਾਂ ਵੀ ਕਹਿ ਸਕਦੇ ਹਾਂ ਕਿ ਇਨ ਆਲ ਐਸਪੈਕਟਸ ਆਫ ਲਾਈਫ। ਠੀਕ ਹੈ, ਮਤਲਬ ਸਾਡੀ ਲਾਈਫ ਦੇ ਜਿੰਨੇ ਵੀ ਖੇਤਰ ਨੇ, ਜਿਹੜੇ ਵੀ ਸਾਡੇ ਪਕਸ਼ ਨੇ, ਜਿਹੜੇ ਵੀ ਏਰੀਆਜ਼ ਨੇ, ਹਰ ਥਾਂ ਸਾਨੂੰ ਕੀ ਦੇਖਣ ਨੂੰ ਮਿਲਦੀ ਹੈ, ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਤੇ ਸਭ ਤੋਂ ਵੱਡੀ ਗੱਲ ਮੈਂ ਇੱਕ ਪਹਿਲਾਂ ਵੀ ਤੁਹਾਡੇ ਨਾਲ ਕੀਤੀ ਸੀ ਕਿ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਉਹ ਯੂਨੀਵਰਸਲ ਹੁੰਦੀ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾ ਪੁਆਇੰਟ ਕੀ ਹੋਏਗਾ ਕਿ ਡਿਵੈਲਪਮੈਂਟ ਇਜ਼ ਯੂਨੀਵਰਸਲ। ਜਿਹੜੀ ਡਿਵੈਲਪਮੈਂਟ ਹੈ ਉਹ ਕਿਆ ਹੈ, ਇਜ਼ ਯੂਨੀਵਰਸਲ। ਇਹਦਾ ਮਤਲਬ ਕੀ ਹੋਇਆ ਕਿ ਡਿਵੈਲਪਮੈਂਟ ਸਾਨੂੰ ਹਰ ਥਾਂ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਡਿਵੈਲਪਮੈਂਟ ਸਾਨੂੰ ਹਰ ਥਾਂ ਦੇਖਣ ਨੂੰ ਮਿਲਦੀ ਹੈ, ਚਾਹੇ ਉਹ ਜੀਵ ਜੰਤੂ ਨੇ, ਚਾਹੇ ਉਹ ਪੰਛੀ ਨੇ, ਚਾਹੇ ਉਹ ਪੇੜ ਪੌਦੇ ਨੇ। ਠੀਕ ਹੈ, ਚਾਹੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕੋਈ ਮਨੁੱਖ ਦੀ ਗੱਲ ਕੀਤੀ ਜਾਏ, ਕੋਈ ਵੀ ਗੱਲ ਹੋਏ। ਠੀਕ ਹੈ, ਚਾਹੇ ਪੰਛੀ ਹੈ, ਚਾਹੇ ਮਨੁੱਖ ਹੈ, ਚਾਹੇ ਕੋਈ ਸਾਡੇ ਪੇੜ ਪੌਦੇ ਨੇ, ਠੀਕ ਹੈ, ਸਾਡੇ ਰੁੱਖ ਨੇ। ਠੀਕ ਹੈ, ਕੁਝ ਵੀ ਹੈ ਇਸ ਯੂਨੀਵਰਸ 'ਚ, ਜੋ ਵੀ ਹੈ ਹਰ ਥਾਂ ਸਾਨੂੰ ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ ਨਾ। ਮਤਲਬ ਤੁਸੀਂ ਤਾਂ ਮਤਲਬ ਇਹ ਵੀ ਸੋਚ ਸਕਦੇ ਹੋ ਕਿ ਡਿਵੈਲਪਮੈਂਟ ਜਿਹੜੀ ਹੈ ਉਹ ਹਰ ਇੱਕ ਚੀਜ਼ ਦੀ ਹੁੰਦੀ ਹੈ ਨਾ। ਜਿੱਦਾਂ ਮੰਨ ਲਓ ਕਿ ਅੱਜ ਮੈਂ ਇੱਕ ਛੋਟਾ ਜਿਹਾ ਇੱਕ ਸਕੂਲ ਓਪਨ ਕੀਤਾ। ਠੀਕ ਹੈ, ਹੌਲੀ ਹੌਲੀ ਜਿੱਦਾਂ ਇਹ ਸਕੂਲ ਫੇਮਸ ਹੁੰਦਾ ਜਾਏਗਾ ਤਾਂ ਡਿਵੈਲਪ ਹੁੰਦਾ ਜਾਏਗਾ, ਡਿਵੈਲਪ ਹੋਏਗਾ। ਇਹਦਾ ਸਟਰਕਚਰਲ ਚੇਂਜਸ ਵੀ ਸਾਨੂੰ ਦੇਖਣ ਨੂੰ ਮਿਲੇਗਾ। ਸਟਰਕਚਰ ਵੀ ਇਹਦਾ ਕਿਆ ਹੋਏਗਾ, ਡਿਵੈਲਪ ਹੋਏਗਾ। ਠੀਕ ਹੈ, ਸਟੈਂਡਰਡ ਡਿਵੈਲਪ ਹੋਏਗਾ। ਐਜੂਕੇਸ਼ਨ ਜਿਹੜਾ ਸਟੈਂਡਰਡ ਹੈ ਉਹ ਇਹਦਾ ਡਿਵੈਲਪ ਹੋਏਗਾ। ਤਾਂ ਹਰ ਥਾਂ ਸਾਨੂੰ ਕਿਆ ਦੇਖਣ ਨੂੰ ਮਿਲਦੀ ਹੈ, ਡਿਵੈਲਪਮੈਂਟ ਦੇਖਣ ਨੂੰ ਮਿਲਦੀ ਹੈ। ਕੋਈ ਇੱਕ ਬੱਚਾ ਹੈ, ਬੱਚਾ ਛੋਟੇ ਹੁੰਦੇ ਬੜਾ ਹੋਏਗਾ, ਗਰੋਥ ਵੀ ਹੋ ਰਹੀ ਹੈ, ਨਾਲ ਉਹਦੀ ਡਿਵੈਲਪਮੈਂਟ ਵੀ ਹੋ ਰਹੀ ਹੈ। ਹਰ ਚੀਜ਼ ਇਮੋਸ਼ਨਲੀ ਵੀ ਹੋ ਰਹੀ ਹੈ, ਫਿਜ਼ੀਕਲੀ ਵੀ ਹੋ ਰਹੀ ਹੈ। ਠੀਕ ਹੈ, ਤੇ ਕੋਗਨੀਟਿਵ ਜਿਹੜੀ ਹੁੰਦੀ ਹੈ ਡਿਵੈਲਪਮੈਂਟ ਉਹ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ। ਠੀਕ ਹੈ, ਡਿਵੈਲਪਮੈਂਟ ਜਿਹੜੀ ਹੈ ਉਹ ਹਰ ਥਾਂ ਹੈ, ਹਰ ਜਗ੍ਹਾ ਹੈ। ਠੀਕ ਹੈ, ਤੁਸੀਂ
ਹੁਣ ਅੱਜ ਹੀ ਦੇਖ ਲਓ, ਜੇ ਤੁਸੀਂ ਅੱਜ ਇੱਕ ਵੀਡੀਓ ਦੇਖ ਰਹੇ ਹੋ, ਤੁਸੀਂ ਵੀਡੀਓ ਕਿਉਂ ਦੇਖ ਰਹੇ ਹੋ? ਕਿਉਂਕਿ ਤੁਹਾਨੂੰ ਇਹਦੇ ਬਾਰੇ ਕੁਝ ਜਾਣਨਾ ਹੈ ਨਾ। ਤਾਂ ਤੁਹਾਡੀ ਜਿਹੜੀ ਨੌਲੇਜ ਹੈ ਇਸ ਵੀਡੀਓ ਤੋਂ ਬਾਅਦ ਉਹ ਵੀ ਕਿਆ ਹੋ ਚੁੱਕੀ ਹੋਏਗੀ, ਉਹ ਵੀ ਡਿਵੈਲਪ ਹੋ ਚੁੱਕੀ ਹੋਏਗੀ। ਠੀਕ ਹੈ, ਤਾਂ ਡਿਵੈਲਪਮੈਂਟ ਜਿਹੜੀ ਹੈ ਉਹ ਹਰ ਥਾਂ ਹੈ, ਇਸ ਕਰਕੇ ਅਸੀਂ ਕਿਆ ਇਹਨੂੰ ਕਹਿੰਦੇ ਆ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਕਿਆ ਹੈ, ਯੂਨੀਵਰਸਲ ਹੈ। ਕਲੀਅਰ ਜੀ ਗੱਲ। ਤੇ ਸੈਕੰਡ ਪੁਆਇੰਟ ਹੋਏਗਾ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਸਰਟੇਨ ਹੁੰਦੀ ਹੈ। ठीक है, सेकंड पॉइंट क्या हो जाएगा कि डेवलपमेंट इज सर्टेन एंड occurs in fixed pattern। डेवलपमेंट ਜਿਹੜੀ ਹੈ ਉਹ ਸਰਟੇਨ ਹੁੰਦੀ ਹੈ ਤੇ ਇੱਕ ਫਿਕਸਡ ਪੈਟਰਨ 'ਚ ਹੀ ਕੀ ਹੁੰਦੀ ਹੈ, मतलब एक फिक्स पैटर्न ਨੂੰ फॉलो करती है ਜਿਹੜੀ डेवलपमेंट ਹੁੰਦੀ ਹੈ। ਇਹਦਾ मतलब क्या होया कि ਇਹ ਸਰਟੇਨ ਹੈ, ਨਿਸ਼ਚਿਤ ਹੈ ਕਿ डेवलपमेंट ਹੋਏਗੀ ਹੋਏਗੀ। ਇੱਕ ਬੱਚਾ ਪੈਦਾ ਹੋਇਆ ਹੈ, ਠੀਕ ਹੈ, 1 ਸਾਲ ਦੀ ਉਮਰ ਤੋਂ ਲੈ ਕੇ 1 ਸਾਲ ਦੀ ਉਮਰ ਤੋਂ ਲੈ ਕੇ 6 ਸਾਲ ਦੀ ਉਮਰ ਤੱਕ ਅਸੀਂ ਬੱਚੇ ਦੀ ਬਹੁਤ ਸਾਰੀ ਡਿਵੈਲਪਮੈਂਟ ਦੇਖਾਂਗੇ ਤੇ ਇੱਕ ਇਹ ਪੈਟਰਨ 'ਚ ਹੀ ਹੋਏਗੀ, ਹੈ ਨਾ। ਪੈਟਰਨ मतलब क्या है कि 2 ਸਾਲ 'ਚ ਜਾ ਕੇ ਉਹਦੀ ਕੁਆਲਿਟੀਜ਼ ਹੋਰ ਚੇਂਜ ਹੋਣਗੀਆਂ, 3 ਸਾਲ 'ਚ ਜਾ ਕੇ ਫੇਰ ਚੇਂਜ ਹੋਣਗੀਆਂ, 4 'ਚ ਫੇਰ, 5 'ਚ ਫੇਰ, 6 'ਚ ਫੇਰ, ਥਰੂ ਆਊਟ ਲਾਈਫ ਉਹਦੀ ਜਿਹੜੀ ਕੁਆਲਿਟੀ ਹੈ ਇਹ ਐਨਹਾਂਸ ਹੁੰਦੀ ਹੀ ਰਹੇਗੀ, ਇਹ ਚੇਂਜ ਹੁੰਦੀ ਹੀ ਰਹੇਗੀ। ਠੀਕ ਹੈ, ਤਾਂ ਇਹ क्या है, अपना एक फिक्स पैटर्न है। ठीक है, तो सर्टेन है कि डेवलपमेंट तो होनी होनी है। ਜਦੋਂ तक भी इंसान है, ਜਦੋਂ तक भी कोई किसी भी चीज़ की गल करिए, जब तक वो चीज़ है उदों तक वो बड़ी रहेगी तो उसकी डेवलपमेंट होंदी रहेगी। ठीक है, तो वो सर्टेन है, मतलब निश्चित है, जी चीज़ होनी होनी है, डेवलपमेंट होनी होनी है। तो होनी किहदे च, एक फिक्स पैटर्न च। इदां नहीं होएगा कि पहला तुसीं 6 साल के हो जाओगे तो बाद 2 साल के, या फिर इदां नहीं होएगा कि पहला जो तुसीं बचपन च हो ਤਾਂ ਤੁਹਾਡੇ 'ਚ ਇੱਕ 25 ਸਾਲ ਵਾਲੇ ਬੱਚੇ 25 ਸਾਲ ਦਾ ਜਿਹੜਾ ਐਡਲਟ ਹੈ ਉਹਦੀ ਕੁਆਲਿਟੀਜ਼ ਤੁਹਾਡੇ 2 ਸਾਲ ਦੇ ਬੱਚੇ 'ਚ ਦੇਖਣ ਨੂੰ ਮਿਲਣਗੀਆਂ। ਨਹੀਂ, ਇੱਕ ਫਿਕਸ ਪੈਟਰਨ ਹੁੰਦਾ ਹੈ। ਠੀਕ ਹੈ, ਇੱਕ ਫਲੋ ਹੁੰਦਾ ਹੈ। ਠੀਕ ਹੈ, ਉਸ ਫਲੋ ਨਾਲ ਹੀ ਚੱਲਣਾ ਪੈਂਦਾ, ਉਸ ਪੈਟਰਨ ਨਾਲ ਹੀ ਚੱਲਣਾ ਪੈਂਦਾ ਕਿ 2 ਸਾਲ ਦਾ ਜਦੋਂ ਬੱਚਾ ਹੋਏਗਾ ਉਹਨੂੰ ਉਸੇ ਚੀਜ਼ ਦੀਆਂ, ਉਸੇ ਉਮਰ ਦੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। 25 ਸਾਲ ਦੇ ਬੱਚੇ ਨੂੰ ਉਸ ਉਮਰ ਦੇ ਰਿਲੇਟਡ ਹੀ ਜਿਹੜੇ मतलब ਜਿਹੜੀ ਉਹਦੀ ਕੈਪੇਬਿਲਿਟੀਜ਼ ਨੇ ਉਹ ਡਿਵੈਲਪ ਹੋਣਗੀਆਂ। ਕਲੀਅਰ ਹੈ ਜੀ ਗੱਲ। ਤਾਂ ਉਹ ਕਿਆ ਹੋਣਗੀਆਂ, ਸਰਟੇਨ ਹੁੰਦੀ ਹੈ ਜਿਹੜੀ ਸਾਡੀ ਡਿਵੈਲਪਮੈਂਟ ਹੁੰਦੀ ਹੈ। नाले दूजी गल क्या है, डेवलपमेंट जी है वो एक फिक्स्ड पैटर्न से चलती है। ठीक है, तीसरा पॉइंट असी देखते हैं कि डेवलपमेंट occurs simple to complex, simple to कॉम्पलैक्स। ठीक है, जी डिवेलपमेंट होंगी सिंपल टू कॉम्पलैक्स जाती है। इसका मतलब क्या होया कि सिंपल का मतलब है जिदा मैं तुहानू दस्सिया सीगा भी साडे ग्रोस मोटर स्किल्स है ना, तो फाइन मोटर स्किल्स। तो ग्रोस मोटर स्किल्स पहला बच्चा क्या करेगा, ग्रैब करेगा, उस तो बाद वो फाइन मोटर स्किल्स वाल जाएगा। मतलब क्या होएगा, जिदा मान लो कि जो छोटा बच्चा तुसीं देखिया होएगा है ना, जो छोटे छोटे बच्चे रोंदे हैं है ना, तो वो हाथ पैर सारा कुछ मारते इदा करके रोंदे है ना। मतलब वो क्या करते हैं, वो सिंपल टू कॉम्पलैक्स जा रहे हैं। मतलब क्या होएगा कि पहला बच्चा अपने सारे बॉडी ऑर्गन्स यूज करेगा उस काम नूं करन लई, है ना। जिद्दां एक बहुत वधिया एग्जाम्पल जिहड़ा मैं देखिया सीगा, एग्जाम्पल क्या हुंदा कि जिद्दां तुसीं छोटा बच्चा हुंदा है, तुसीं उहदे कोल बॉल सुट्टोगे है ना, उस बच्चे ने क्या करना है, उस बॉल नूं इदां करके पकड़ना है, इदां करके फड़ेगा बच्चा, है ना। तो जिद्दां ही वो थोड़ा जिहा बड़ा हो जाएगा, उहदे च मैच्योरिटी आएगी, है ना, ग्रोथ होएगी, डेवलपमेंट होएगी, तो वह क्या करेगा, उस बॉल नूं एक हाथ नाल भी फड़ लेगा, है ना। इदां ही उहदे जदों होर डेवलपमेंट होएगी वो बॉल नूं 2 ਉਂਗਲਾਂ नाल भी फड़ लेगा। ठीक है, तो मतलब क्या हो रहा है, वो ग्रोस मोटर स्किल्स तो कित्थे जा रहा है, फाइन मोटर स्किल्स तक जा रहा है ना। ग्रोस मोटर स्किल्स से क्या होया, असीं अपने बिग जिहड़े मसल्स ने उन्हां दा यूज करते हैं ग्रोस मोटर स्किल्स से। तो ग्रोस मोटर स्किल्स से मैं किसी भी चीज़ नूं बच्चा जद वो इदां करके फड़ेगा, है ना, या फिर तुसीं बच्चे कोल कैच फड़ाउण नूं दित्ता तो बच्चा इधर उधर जाएगा, क्योंकि उहदी क्या है, कोऑर्डिनेशन जिहड़ी है वो उस समय उन्नी ज़्यादा डिवेलप नहीं है। जिद्दां ही उहदी कोऑर्डिनेशन डिवेलप होएगी तो वो क्या होएगा, ग्रोस मोटर स्किल्स तो कित्थे जाएगा, फाइन मोटर स्किल्स वाल, है ना। तो वही ग्रोस मोटर स्किल्स तो ही असीं क्या बोलते हैं, सिंपल, तो उस तो बाद बोलते हैं कॉम्पलैक्स। मतलब बच्चा पहला ज़्यादा एफर्ट्स मारेगा, है ना। बच्चे ने दौड़ना तो बच्चा पहला हाथ इदां इदां तुसीं देखिया होएगा, जोर जोर नाल इदां इदां करके जांदा है ना, तो बहुत एफर्ट लांदा है। तो जिद्दां ही वो थोड़ा जिहा मतलब बड़ा हो जाएगा, वो दौड़ना भी अच्छे तरीके नाल सीख जाएगा, है ना। बच्चा छोटे होंदे बैट किद्दां फड़ेगा, इदां करके फड़ेगा, तो इदां इदां जोर जोर नाल मारेगा, है ना।
तो जिदा ये बड़ा हो जाएगा तो उसका बैटिंग स्टाइल भी चेंज हो जाएगा, बैट फड़न का तरीका भी, है ना, स्टॉप किदा करना है। पहला क्या करेगा बच्चा, जोर दी ही मारने की कोशिश करेगा क्योंकि उन्होंने पता ही नहीं है, बट जिदा ही वो सीख जाएगा क्रिकेट खेडना, जो भी है बड़ा होएगा, डेवलपमेंट होएगी, तो हौली हौली जिदा भी मतलब फाइन मोटर स्किल्स का यूज़ करना सीख जाएगा। बच्चा जो क्या होंगे, छोटा होंगे, उन्होंने कहांगे बच्चे बॉल फिट, तो बच्चा या तो एक हाथ नाल या तो दो हाथ भी यूज़ करता है, तो इदा करके घेर दिंदा है ना। तो जिदा बच्चा बड़ा होएगा उस बॉल में चक के जिन्नी मर्जी दूर तक घेर सकता है, ठीक है, अलग अलग तरीके ना, उपर घेरेगा, घुमा के घेरेगा, है ना, जिदा जिदा मर्जी भी घेर सकता है। तो ये क्या है, ये उहदे सिंपल टू कॉम्पलैक्स गेयर। साइकिल चलाना सीखेगा बच्चा, शुरू से गिरेगा, है ना, साइकिल का पता नहीं होगा पैडल किद्दां मारना है, ब्रेक कदों लानी है, क्या करना है क्या नहीं करना, ब्रेक ही नहीं लाएगा पहला, क्योंकि उन्होंने अपने फाइन मोटर स्किल्स पता ही नहीं है, ब्रेक ही लाएगा सीधा जाके बच जाएगा एक दो बार, फिर उन्होंने दस्या जाएगा भी पुत्त इदां तुसीं क्या करना है, इदां ब्रेक लानी है तां करके तुसीं बच सकते हो गिरन तो। तो फिर उस तो बाद अपने फाइन मोटर स्किल्स यूज़ करना सीखेगा। तो इनू ही असीं क्या आखते हैं, इनू ही आखते हैं असीं सिंपल टू कॉम्पलैक्स। क्लीयर है जी गल। तो क्या होएगा, जी डिवेलपमेंट होंगी है वो हमेशा ही क्या जाएगी, सिंपल टू कॉम्पलैक्स जाएगी, ठीक है। उस तो अगली चीज जी सब तो ज्यादा इंपॉर्टेंट है वो क्या है कि क्वालिटेटिव चेंजेस, क्वालिटेटिव चेंजेस आर इंक्लूडेड इन इट। मतलब क्या होएगा, ਇਹਦੇ ਚ क्वांटिटेटिव चेंजेस तो ਸਾਨੂੰ देखने को मिलते ही है, बट ਜਿਹੜਾ ਇਹਦਾ मेन डोमेन है यानी कि मेन ਜਿਹੜੀ ਇਹਦੀ खासियत है वो क्या है कि क्वालिटेटिव चेंजेस ਸਾਨੂੰ देखने को मिलते हैं, ठीक है। हो सकता है कि बच्चे की एक समय ते जाके हाइट रुक जाए, है ना, हो क्या सकता होंदा ही है कि बच्चे की एक टाइम ते जाके उसकी हाइट रुक जाती है, बट ਜਿਹੜੀ ਉਹਦੀ ਡਿਵੈਲਪਮੈਂਟ ਹੈ ਉਹ ਨਹੀਂ ਰੁਕਦੀ, ਜਿਹੜੀ ਉਹਦੀ ਕੁਆਲਿਟੀ ਉਹ ਕਦੇ ਰੁਕੇਗੀ ਨਹੀਂ, ਹੈ ਨਾ। ਜਿੱਦਾਂ ਜਿੱਦਾਂ ਉਹਦੀ ਉਮਰ ਵੱਧਦੀ ਜਾਏਗੀ ਉਹਦੀ ਕੁਆਲਿਟੀ ਵੀ ਵੱਧਦੀ ਹੀ ਰਹੇਗੀ, ਹੈ ਨਾ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ 10 ਸਾਲ ਦੇ ਸੀਗੇ ਉਦੋਂ ਤੁਹਾਡਾ ਬਿਹੇਵੀਅਰ ਡਿਫਰੈਂਟ ਸੀਗਾ, ਤੁਸੀਂ ਜਦੋਂ 20 ਦੇ ਹੋਏ ਉਦੋਂ ਬਿਹੇਵੀਅਰ ਡਿਫਰੈਂਟ ਹੋਏ, ਜਦੋਂ 30 ਦੇ ਹੋਏ ਉਦੋਂ ਬਿਹੇਵੀਅਰ ਡਿਫਰੈਂਟ ਹੋਏਗਾ। ਕਲੀਅਰ। ਤਾਂ ਇਸ ਦਾ ਕੀ ਮਤਲਬ ਹੈ, ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਹਾਈਟ ਤਾਂ ਰੁਕ ਗਈ ਸੀਗੀ, 20 ਸਾਲ ਦੇ ਤੁਹਾਡੀ ਹਾਈਟ ਤਾਂ ਰੁਕ ਗਈ ਸੀਗੀ, ਬਟ ਤੁਹਾਡੀ ਡਿਵੈਲਪਮੈਂਟ ਨਹੀਂ ਰੁਕੀ, ਡਿਵੈਲਪਮੈਂਟ ਕਦੇ ਵੀ ਰੁਕੀ ਹੀ ਨਹੀਂ, है ना। तो जो डिवेलपमेंट सानू देखने को मिलती है तो वो सानू क्वालिटेटिव चेंजेस देखने को मिलते हैं, क्वांटिटेटिव नहीं। जो क्वांटिटेटिव चेंजेस होंगे तो क्वांटिटेटिव चेंजेस का मतलब क्या होता है, दैट कैन बी मेजर्ड, जिन्होंने असीं मेजर कर सकते हैं, ठीक है। तो उन्होंने बोलते हैं क्वांटिटेटिव चेंजेस, बट चेंजेस इदां दे जिहदे साडी क्वालिटी एनहांस होती, दैट इज क्वालिटेटिव चेंजेस, क्वालिटेटिव डिवेलपमेंट, ठीक है। साडी क्वालिटी डिवेलप हो रही है, साडी ਜਿਹੜੇ ਦਿਮਾਗ ਦੀ ਤਰਕ ਵਿਤਰਕ ਦੀ ਸ਼ਕਤੀ ਹੈ ਉਹ ਤੇਜ਼ ਹੋ ਰਹੀ ਹੈ, ਸਾਡੀ ਚੀਜ਼ਾਂ ਨੂੰ ਪਰਖਣ ਦੀ ਜਿਹੜੀ ਸ਼ਕਤੀ ਹੈ ਉਹ ਚੇਂਜ ਹੋ ਰਹੀ ਹੈ, ਠੀਕ ਹੈ। ਸਾਡੇ ਜਿਹੜੇ ਆਪਣੇ ਆਰਗਨਸ ਨੂੰ ਯੂਜ਼ ਕਰਨ ਦੀ ਜਿਹੜੀ ਕੋਆਰਡੀਨੇਸ਼ਨ ਹੈ ਉਹ ਸਟਰੋਂਗ ਹੋ ਰਹੀ ਹੈ। ਤਾਂ ਇੱਕ ਕੁਆਲਿਟੀ ਜਿਹੜੀ ਹੈ ਸਾਨੂੰ ਇਹਦੇ 'ਚ ਐਨਹਾਂਸ ਹੁੰਦੀ ਦਿਖਦੀ ਹੈ, ਕੁਆਲਿਟੀ ਜਿਹੜੀ ਹੈ ਡਿਵੈਲਪ ਹੁੰਦੀ ਦਿਖਦੀ ਹੈ, ਠੀਕ ਹੈ। ਇਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜੇ ਡਿਵੈਲਪਮੈਂਟ ਹੈ ਉਹਦੇ 'ਚ ਸਾਨੂੰ ਕੀ ਦੇਖਣ ਨੂੰ ਮਿਲਦੇ ਨੇ, ਕੁਆਲਿਟੇਟਿਵ ਚੇਂजेस ਸਾਨੂੰ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਚਲੋ ਜੀ, इन्नी गल तुहानूं समझ आ गई होगी। तो सब तो बड़ी गल क्या होंदी है, सब तो बड़ी गल जिहड़ी मैं तुहानूं पहलां भी दस चुकिया सीगा, ठीक है, कि इहदा डोमेन जिहड़ा ब्रॉड हुंदा, मतलब हर थां सानूं देखण नूं मिलदी है, ठीक है। ब्रॉड डोमेन का मतलब क्या हुंदा है कि जिहड़ी डिवेलपमेंट है, ठीक है, वो सानूं क्या देखण नूं मिलदी है, PCSE ये डोमेन है, इहदा ब्रॉड डोमेन है। जिहड़ी ग्रोथ हुंदी है उहदे सिर्फ सानूं क्या फिजिकल ग्रोथ दिखदी है, बट जिहड़ी डिवेलपमेंट है उहदे सानूं क्या देखने को मिलता है, फिजिकल डिवेलपमेंट, कॉग्निटिव, सोशल एंड इमोशनल। तो इस करके मैं क्या कहूँगा कि इट हैज़ अ ब्रॉड डोमेन, ठीक है। तो जिहड़ी डिवेलपमेंट होएगी वो कदे रुकेगी नहीं, ठीक है, वो क्या होएगी, हमेशा ही चलती रहेगी। फॉर एग्जाम्पल के पॉइंट इत्थे मैं लिख देना कि डिवेलपमेंट इज अ continuous and lifelong process, ठीक है। जिहड़ी डिवेलपमेंट होंदी है कॉन्टीन्यूस है ते लाइफ लॉन्ग प्रोसैस है। मतलब क्या होया कि ये हमेशा होंदी ही रहेगी, कदे रुकदी नहीं है, डिवेलपमेंट कदे भी रुकदी नहीं है। ग्रोथ जिहड़ी एक टाइम ते आके रुक जाएगी, बट डिवेलपमेंट कदे भी नहीं रुकेगी। तो यह लाइफ लॉन्ग प्रोसैस होंदा, जदों तक तुसी मरदे नहीं, जदों तक थोड़ी डैथ नहीं होएगी, उदों तक थोड़े अंदर डिवेलपमेंट होंदी ही रहेगी, है ना। जिद्दां असीं कहंदे आ कि यार कोई भी काम है यार किसी सियाणे बंदे की सलाह लै,
ਸਿਆਣੇ ਬੰਦੇ ਦੀ ਸਲਾਹ ਕਿਉਂ ਲੈ? ਕਿਉਂਕਿ ਜਿਹੜਾ ਸਿਆਣਾ ਬੰਦਾ ਹੈ ਉਹਦੀ ਏਜ ਸਾਡੇ ਤੋਂ ਜ਼ਿਆਦਾ ਹੈ ਤੇ ਸਾਨੂੰ ਇੰਨਾ ਤਾਂ ਪਤਾ ਹੈ ਕਿ ਜਿੱਦਾਂ ਹੀ ਏਜ ਵੱਧਦੀ ਰਹੇਗੀ ਸਾਡਾ ਸਿਆਣਪ ਵੀ ਵੱਧਦਾ ਰਹੇਗਾ, ਹੈ ਨਾ। ਤੇ ਸਿਆਣਾ ਬੰਦਾ क्या करेगा, सानू हमेशा ही वधिया सलाह देगा। क्यों देगा? क्योंकि उसकी डिवेलपमेंट जी है वो साडे तो ज़्यादा हुई हुई है। जो डिवेलपमेंट ज़्यादा है तो यह मतलब क्या है, उसकी जी कॉग्नेटिव पावर है वो साडे तो ज़्यादा स्ट्रोंग होएगी, है ना। चीज़ों को परखण की, चीज़ों को समझण की, ठीक है, ये शक्ति जी होएगी उसकी हमेशा ही साडे तो ज़्यादा होएगी। क्लीयर है? तो इस करके असीं क्या कहते हैं कि यार किसी सियाणे बंदे की सलाह ले लै। क्यों? क्योंकि उसकी डिवेलपमेंट जी कॉन्टीन्यूज है थ्रू आउट लाइफ, लाइफ लॉन्ग प्रोसैस है, पूरी लाइफ चलेगी। तो जो साडे तो बड़ा होएगा हमेशा उन्हें ज़्यादा एक्सपीरियंस कितना होएगा, जिंदगी में ज़्यादा एक्सपीरियंस कितना होएगा, उन्होंने ज़्यादा चीज़ों का पता होएगा, है ना। क्योंकि डिवेलपमेंट हो रही है, दिमाग च बथेरे आइडियाज़ ने, ठीक है, बथेरे रिजल्ट्स ने, बथेरे आइडियाज़ ने, बहुत कुछ है दिमाग से, ठीक है। हमेशा ही होंदी रहेगी। जिदा क्या होएगा साडी स्किन जो असीं छोटे होंदे तां क्या होंदी है, बिल्कुल जिन्होंने कहते कूली जी होंदी है ना, कूली जी मतलब सॉफ्ट होंदी है बहुत ज़्यादा, ठीक है। तो उस तो बाद हौली हौली स्किन साडी हार्ड होना शुरू होंदी है। तो जिदा ही साडे बुढ़ापा सानू देखते हैं असीं अपने विच, तां क्या होंदा कि साडी स्किन लटकनी शुरू हो जाती है। मतलब कित्थों शुरू हुई सी? बिल्कुल सॉफ्ट स्किन तो शुरू हुई सी, उस तो बाद स्किन हार्ड हुई, उस तो बाद स्किन लटकी, है ना, मसल्स गए अंदरों। जदों बच्चा छोटा है तो वो मसल्स बड़े सॉफ्ट होंगे हैं, जदों असीं बड़े होंगे तो मसल्स स्ट्रोंग हो जाते हैं, तो जो फिर असीं बुढ़ापे जाते तो मसल्स साडे बॉडी चों जाने शुरू हो जाते हैं, है ना। तुसीं देखिआ होगा स्किन लटकी हुई है, मसल्स है नहीं विच, है ना, अजीब जिहा हो गया शरीर, तो वो डेवलपमेंट ही हो रही है, ठीक है। मतलब वो बढ़ती रहेगी, डेवलपमेंट डेवलपमेंट ही कह सकते हैं असीं उहनूं, ठीक है। और डेवलपमेंट ही हो रही है, वो बढ़ती ही रहेगी। हाँ, कदों खत्म होएगी ये चीज़? जदों बंदा खत्म हो गया उदों ये चीज़ भी खत्म हो जाएगी। क्लीयर है जी गल? तो ये साडे पॉइंट ने, क्या क्या पॉइंट ने? फर्स्ट इज डेवलपमेंट इज यूनिवर्सल, सेकंड इज डेवलपमेंट इज सर्टेन एंड अकर्स इन फिक्स पैटर्न। फिक्स पैटर्न हुंदा इहदा मतलब स्टेज वाइज ही चलदी है कि पहला 2 साल का बच्चा, फिर 4 का, फिर 5 का, 6 का, 7 का, 8 का, उदा ही वधदी जाएगी, है ना, फिक्स होएगी। उम्र नाल ही क्या होएगी? डेवलपमेंट सानू देखने को मिलती है। जिदा जिदा उम्र वधदी रहेगी, मैच्योरिटी वधदी रहेगी, डेवलपमेंट सानू हर थां देखने को मिलेगी। दिमाग भी तेज होएगा, सोशली भी बच्चा ज़्यादा एक्टिव हो जाएगा जिदा जिदा एज वधदी रहेगी, ठीक है। इमोशंस भी कंट्रोल करना सीख जाएगा, है ना, क्योंकि इमोशंस भी कंट्रोल करना है जिहड़ी है साडी, वो क्या है, एक डेवलपमेंट है ना। ऐदा ना होए कि मैं जिथे मैनू रोना चाहिए उत्थे जाके मैं हसन लग जा, जिथे मैनू हसना चाहिए उत्थे जाके मैं रोन लग जा, तो मैं मतलब इमोशनली स्टेबल नहीं है, मेरी डेवलपमेंट इमोशनली नहीं हुई है। हुण ये किदां होएगा? ये साडी वैसे तो जे मैं कहा कि ये तो बंदे ते डिपेंड होंदा, बट अकॉर्डिंग टू साइकोलॉजी ये जिद्दां जिद्दां साडी एज वधदी रहेगी, साडे इमोशनल जिहड़ा बैलेंस है वो भी प्रॉपर एक सीक्वेंस से आना शुरू हो जाएगा। क्लियर है? तो उस अगला असीं क्या देखें? डेवलपमेंट अकर सिंपल टू कॉम्पलैक्स, मतलब डेवलपमेंट जिहड़ी हुंदी है हमेशा ही क्या जाती है, सिंपल टू कॉम्पलैक्स जाएगी हमेशा ही, ठीक है। पहला क्या होएगा? ग्रॉस मोटर स्किल्स, फिर फाइन मोटर स्किल्स, सिंपल टू कॉम्पलैक्स या जर्नल टू स्पेसिफिक भी असीं इहनूं बोलते हैं। नैक्सट पॉइंट है क्वालिटेटिव चेंजेस आर इनकलूडेड इट, मतलब क्वांटिटेटिव तो रहणगे ही, बट ਇਹਦੇ ਨਾਲ ਨਾਲ ਜਿਹੜਾ ਮੇਨ ਇਹਦਾ ਸਫੇਅਰ ਹੈ, ਮੇਨ ਏਰੀਆ ਹੈ, ਉਹ ਕੁਆਲਿਟੇਟਿਵ ਚੇਂਜ। ਕੁਆਲਿਟੇਟਿਵ ਚੇਂਜ ਨੂੰ ਹੀ ਅਸੀਂ ਡਿਵੈਲਪਮੈਂਟ ਆਖਦੇ ਹਾਂ, ਠੀਕ ਹੈ। ਐਦਾਂ ਨਾ ਹੋਏ ਕਿ ਸਰੀਰ ਤਾਂ ਬਹੁਤ ਬੜਾ ਹੋ ਗਿਆ ਬੱਚੇ ਦਾ, ਬਟ ਉਹਦੇ ਹਰਕਤਾਂ ਬੱਚਿਆਂ ਵਾਲੀਆਂ, ਤਾਂ ਮਤਲਬ ਡਿਵੈਲਪਮੈਂਟ ਨਹੀਂ ਹੋ ਰਹੀ ਹੈ ਉੱਥੇ ਬੱਚੇ, ਠੀਕ ਹੈ। ਡਿਵੈਲਪਮੈਂਟ ਇਜ਼ ਕੁਆਲਿਟੇਟਿਵ ਚੇਂਜ, ਤੁਹਾਡੀ ਕੁਆਲਿਟੀ ਤੁਹਾਡੇ 'ਚ ਵਧੀ ਹੈ ਜਾਂ ਨਹੀਂ ਵਧੀ ਹੈ। ਨੈਕਸਟ ਇਜ਼ ਡਿਵੈਲਪਮੈਂਟ ਇਜ਼ ਅ ਕੰਟੀਨਿਊਸ ਐਂਡ ਲਾਈਫ ਲੌਂਗ ਪ੍ਰੋਸੈਸ, मतलब डेवलपमेंट जी हमेशा निरंतर होंदी रहती है, कदे रुकती नहीं है, तो थ्रू आउट लाइफ ही चलती है। क्लीयर जी गल? चलो इन्नी गल तुहानूं समझ आ गई होगी। उस तो बाद नैक्सट देखते हैं असीं क्या इन्हां दा डिफरेंस क्या होंदा है, कि ग्रोथ का ते डेवलपमेंट का डिफरेंस क्या होंदा है, ठीक है। तो इत्थे मैं लिख दिंदा ग्रोथ ठीक है, ग्रोथ एक था मैं लिख दिंदा डेवलपमेंट। एक था लिखता सी ग्रोथ ते दूजी था क्या लिखता सी डेवलपमेंट, है ना। चलो ये विचकार असी डिवीजन भी कर देंगे हैं। क्लियर? चलो बहुत बढ़िया।
ठीक है जी, ग्रोथ एंड डेवलपमेंट। ग्रोथ एंड डेवलपमेंट की जे ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ डिफरेंस ਸੀ। ਸਭ ਤੋਂ ਪਹਿਲੀ ਗੱਲ क्या है कि ਇਹਦੇ 'ਚ ਸਾਨੂੰ क्या देखने ਨੂੰ ਮਿਲਦੇ ਆ, क्वांटिटेटिव चेंजेस, है ना। ਜਿਹੜੇ ਕੁਆਂਟੀਟੇਟਿਵ ਚੇਂजेस ਦਾ ਮਤਲਬ, ਕੁਆਂਟੀਟੇਟਿਵ ਚੇਂजेस ਦਾ ਮਤਲਬ ਕੀ ਹੁੰਦਾ ਹੈ ਕਿ that can be measured, है ना, ਜਿਹਨੂੰ ਅਸੀਂ ਮੇਜਰ ਕਰ ਸਕਦੇ ਹਾਂ। ਜਿੱਦਾਂ ਹਾਈਟ ਹੋ ਗਿਆ, weight ਹੋ ਗਿਆ, ਠੀਕ ਹੈ, ਤੇ ਸਾਡੇ ਬਾਲ ਜਿਹੜੇ ਵੱਧ ਰਹੇ ਆ ਇਹ ਵੀ ਕਿਆ ਹੈ, ਗਰੋਥ ਹੈ, ਠੀਕ ਹੈ। ਅਸੀਂ ਇਹਨੂੰ ਗਰੋਥ ਹੀ ਕਹਿੰਦੇ, ਇਹ ਤਾਂ ਨਹੀਂ ਕਹਿੰਦੇ ਤੇਰੇ ਬਾਲ ਡਿਵੈਲਪ ਹੋ ਗਏ, ਹੈ ਨਾ। ਅਸੀਂ ਕਹਿੰਦੇ ਜਦੋਂ ਕੁੜੀਆਂ ਤੁਸੀਂ ਦੇਖਿਆ ਹੋਵੇਗਾ ਕਿ ਮੇਰੇ ਬਾਲਾਂ ਦੀ ਗਰੋਥ ਬੜੀ ਘੱਟ ਹੈ ਯਾਰ। ਗਰੋਥ ਘੱਟ ਦਾ ਮਤਲਬ ਕਿਆ ਹੈ ਕਿ ਜਿਹੜੀ ਫਿਜ਼ੀਕਲ ਚੇਂजेस ਨੇ ਉਹ ਘੱਟ ਨੇ, ਫਿਜ਼ੀਕਲ ਚੇਂजेस ਨੇ ਉਹ ਘੱਟ ਨੇ, ਹੈ ਨਾ। ਅਸੀਂ ਕਦੇ ਇਦਾਂ ਤਾਂ ਨਹੀਂ ਕਹਿੰਦੇ ਮੇਰੇ ਬਾਲਾਂ ਦੀ ਡਿਵੈਲਪਮੈਂਟ ਬੜੀ ਘੱਟ ਹੈ, ਨਹੀਂ, ਹੈ ਨਾ। ਕਿਉਂ? ਕਿਉਂਕਿ ਇਹ ਇਦਾਂ ਦੀ ਚੀਜ਼ ਹੈ ਜਿਹਨੂੰ ਅਸੀਂ ਮੇਜਰ ਕਰ ਸਕਦੇ ਹਾਂ, ਨਾਪ ਸਕਦੇ ਹਾਂ, ਨਾਪ ਤੋਲ ਇਦਾਂ ਦੀ ਕਰ ਸਕਦੇ ਹਾਂ, ਠੀਕ ਹੈ। ਤਾਂ ਕੋਈ ਵੀ ਇਦਾਂ ਦੇ ਚੇਂजेस ਜਿਹੜੇ ਨਾਪ ਤੋਲ ਜਾਂ ਫਿਰ ਜਿਹੜੇ ਕੁਆਂਟੀਟੇਟਿਵ ਹੋਣ, ਠੀਕ ਹੈ, ਉਹਨਾਂ ਨੂੰ ਅਸੀਂ ਕਿਆ ਕਹਿੰਦੇ ਹਾਂ, ਉਹਨੂੰ ਅਸੀਂ ਕਹਿੰਦੇ ਗਰੋਥ। ਕਲੀਅਰ ਹੈ ਜੀ ਗੱਲ। ਤਾਂ ਕੁਆਂਟੀਟੇਟਿਵ ਚੇਂजेस, ਜੇ ਕੁਆਂਟੀਟੇਟਿਵ ਚੇਂजेस ਨੇ ਤਾਂ ਇਹਦੇ 'ਚ ਕੀ ਹੋਏਗਾ, ਇਹਦੇ 'ਚ ਕੁਆਂਟੀਟੇਟਿਵ ਪਲੱਸ ਕੁਆਲਿਟੇਟਿਵ, ਠੀਕ ਹੈ। ਕਿ ਕੁਆਂਟੀਟੇਟਿਵ ਤਾਂ ਚੇਂजेस ਸਾਨੂੰ ਦੇਖਣ ਨੂੰ ਮਿਲਣਗੇ ਹੀ, प्लस क्वालिटेटिव चेंजेस भी सानू देखने को मिलते हैं। क्वालिटेटिव चेंजेस, क्वांटिटेटिव प्लस क्वालिटेटिव चेंजेस, ये दोनों चेंजेस सानू इत्थे देखने को मिलते हैं, ठीक है जी। क्वांटिटेटिव चेंजेस प्लस क्वालिटेटिव चेंजेस। जे क्वांटिटेटिव चेंजेस सानू देखने को मिल रहे हैं तो इसका मतलब क्या बनता है, इसका मतलब ये बनता है कि इहदा क्वांटिटेटिव चेंजेस नू असीं क्या कर सकते हैं, मेजर भी कर सकते हैं, ठीक है। तो असीं इदां लिख देंगे कैन बी measured, ठीक है। बट जो क्वालिटेटिव चेंजेस होते तो क्वालिटी तो कदे किसी ने मेजर नहीं कर सकते, कदे भी मेजर नहीं कर सकते, है ना। जो तुम कहते हैं बंदा बहुत वधिया है, किसी ने मुझसे कितना वधिया है, तो तुम कदे दस सकते हैं यार भी यार 2 मीटर वधिया है, 5 किलो वधिया है, ठीक है। इदा तो इदा कह सकते बहुत वधिया है यार, मतलब इनू असीं तुसीं कदे मेजर नहीं कर सकते। क्या कहांगे इस पॉइंट नू, कांट बी measured, can't be measured, ठीक है। बट इहदे नाल असीं इदां कह सकते हैं कि मेजर तो नहीं कर सकते, बट कैन बी ऑब्जर्व्ड, ऑब्जर्व किते जा सकते हैं चेंजेस, ठीक है। इनू असीं क्या कर सकते हैं, इनू असीं कदे मेजर नहीं कर सकते, नाप तोल नहीं सकते, बट असीं इनू ऑब्जर्व जरूर कर सकते हैं, है ना। असीं ये देख सकते हैं भी बंदे दी हरकतां किदां दी है ना। बंदा चंगियां हरकतां करदा है, माड़ियां हरकतां करदा है। चंगियां हरकतां करदा है वधिया हुंदा है, जे माड़ियां हरकतां करदा है तां माड़ा बंदा है ना। बच्चा परफॉर्म किदां कर रहा है अपने एग्जाम्स से, है ना, ਉਹਦਾ ਕੋਈ ਇਨਕਰੀਜ਼ ਸਾਨੂੰ ਦੇਖਣ ਨੂੰ ਮਿਲ ਰਿਹਾ, ਨਹੀਂ ਮਿਲ ਰਿਹਾ ਦੇਖਣ ਨੂੰ। ਤਾਂ ਇਹ ਕਿਹਾ ਸਾਡੇ ਇਹ ਸਾਰੇ ਹੀ ਕਿਆ ਨੇ, ਇਹ ਸਾਰੇ ਹੀ ਸਾਡੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਇਦਾਂ ਦੇ ਚੇਂजेस ਨੇ ਜਿਹੜੇ ਕੁਆਲਿਟੇਟਿਵ ਨੇ, ਤੇ ਇਹਨਾਂ ਨੂੰ ਆਬਜ਼ਰਵ ਕੀਤਾ ਜਾ ਸਕਦਾ, ਹਮੇਸ਼ਾ ਹੀ ਕਿਆ ਕੀਤਾ ਜਾ ਸਕਦਾ, ਆਬਜ਼ਰਵ ਇਹਨੂੰ ਅਸੀਂ कर सकते हैं। क्लियर है जी। उस तो नेक्स्ट जो पॉइंट है वो क्या है, जे क्वालिटेटिव चेंज है, सॉरी क्वांटिटेटिव चेंज है, तो ये क्या होएगा, स्ट्रक्चरल चेंज, स्ट्रक्चरल प्लस फिजिकल चेंज, है ना। क्योंकि सानू देखने नू क्या मिल रहा है इत्थे, फिजिकल चेंज ही तो देखने नू मिल रहा है। जिहड़ी ग्रोथ हुंदी है वो क्या हुंदी है, स्ट्रक्चरल या फिर क्या हुंदी है, फिजिकल ग्रोथ होंगी है, स्ट्रक्चरल या फिर फिजिकल ग्रोथ होंगी है, ठीक है। बट मैं ये थोड़ा ऑलरेडी दस चुकिया कि ये इदा नहीं होंगे, ये क्या होंगे, ये फिजिकल ग्रोथ तो होएगी होएगी, फिजिकल ग्रोथ तो होएगी होएगी, प्लस मेंटल ग्रोथ भी होएगी, है ना, प्लस बिहेवियरल ग्रोथ भी होएगी, बिहेवियरल ग्रोथ, ठीक है। तो ये क्या होगा, फिजिकल मैंटल प्लस बिहेवियरल चेंजेस, ठीक है, सानू ये देखने को इहदे मिलणगे। फिजिकल मैंटल ते बिहेवियरल चेंजेस सानू इत्थे देखने को मिलते हैं, ठीक है। जिन्हों असी एक होर वो भी कह सकते हैं क्या, PCSE, ठीक है। चौथी गल कि इहदा क्या हुंदा है, नैरो डोमेन हुंदा है, नैरो डोमेन, है ना। नैरो डोमेन का मतलब क्या, ओनली फिजिकल चेंजेस, ठीक है। तो यदा क्या होंगे, यदा जो डोमेन होंगे ब्रॉड डोमेन होंगे,
ब्रॉड डोमेन क्या होंगे ਇਹਦਾ ब्रॉड डोमेन होएगा। ठीक है, एक का नैरो डोमेन होएगा तो एक का क्या हो जाएगा अपना ब्रॉड डोमेन हो जाएगा। ठीक है, तो सब तो बड़ी गल जी मैं थोड़ा दसी सी क्या कि नो फिक्स्ड पैटर्न, नो फिक्स्ड पैटर्न और सीक्वेंस, कोई फिक्स पैटर्न या सीक्वेंस नहीं होंगे ग्रोथ का। ठीक है, तो डेवलपमेंट का क्या होंगे फिक्स्ड पैटर्न एंड सीक्वेंस। एक सीक्वेंस ही होगी ग्रो डेवलपमेंट तो यदा एक फिक्स पैटर्न होंगे। ठीक है, एक फिक्स पैटर्न होएगा, फिक्स पैटर्न च ही हमेशा होएगी तो एक सीक्वेंस से चलेगी ग्रोथ। क्लीयर है जी गल। ठीक है, ब्रॉड डोमेन की जो मैं गल करा तो ब्रॉड डोमेन का मतलब क्या हो जाएगा इतने ब्रॉड डोमेन का मतलब हो जाएगा कि PCSE ए का डोमेन है। तो जो मैं नैरो डोमेन की गल करा तो ओनली P, ओनली P का मतलब क्या हो जाएगा फिजिकल, ओनली फिजिकल ग्रोथ ही होंगी है। ठीक है, तो डेवलपमेंट च सारा कुछ ही फिजिकल कॉग्नेटिव सोशल इमोशनल। ठीक है, सारी ही सानू ग्रोथ इत्थे देखने को मिलती है। क्लीयर है जी गल। तो ये जेडे साडे पॉइंट ने इन्होंने तुसीं देख लोगे एक बार। ठीक है, क्या क्या ने क्वालिटेटिव चेंजेस ने तो एक चीज क्वांटिटेटिव प्लस क्वालिटेटिव ने। ठीक है, उस तो बाद कैन बी मेजर्ड तो कांट बी मेजर्ड स्ट्रक्चरल प्लस फिजिकल चेंजेस। तो इत्थे क्या देखने को सानू मिलता है कि फिजिकल प्लस मैंटल प्लस बिहेवियरल। ठीक है, इनू प्लस नहीं असी लिखांगे, इनू असी तो लिख देंगे कि स्लैश पा दो। ठीक है, स्ट्रक्चरल या फिर फिजिकल चेंजेस जिन्होंने असी आख सकते हैं। ठीक है, ये सानू देखने को मिलते हैं। नैरो डोमेन है। ठीक है, नैरो डोमेन है तो दूसरा क्या है ब्रॉड डोमेन है। नैरो डोमेन का मतलब क्या ओनली P, सिर्फ P सानू देखने को मिलता है, यानी कि फिजिकल ग्रोथ सानू देखने को मिलती है। तो ब्रॉड डोमेन च क्या होगा PCSE, PCSE मतलब क्या हो जाएगा फिजिकल कॉग्नेटिव सोशल ते इमोशनल। फिफ्थ च क्या हो जाएगा नो फिक्स पैटर्न, कोई फिक्स पैटर्न नहीं होंगे ना कोई सीक्वेंस होंगे है। ठीक है, किदा भी कितने भी जो भी ग्रोथ हो सकती है, बट जी डेवलपमेंट होंगी है फिक्स पैटर्न च होंगी है। तो क्या होंगी है वो एक सीक्वेंस फॉलो करती है हमेशा ही। ठीक है, समझ आई। चलो बहुत बढ़िया। ਇਹਦੇ ਨਾਲ ਹੀ ਰਿਲੇਟਡ ਇੱਕ ਚੀਜ਼ ਸਾਨੂੰ ਹੋਰ ਸਮਝਣੀ ਹੈ। क्या समझनी है कि दो तरह के सानू स्टडी देखने को मिलती है। ठीक है, दो तरह की सानू स्टडी देखने को मिलती है। एक क्या होंगी है एक स्टडी होंगी है जिन्होंने असी बोलते हैं क्रॉस सैक्शनल स्टडी। ठीक है, क्रॉस सेक्शनल स्टडी। ठीक है, क्रॉस सेक्शनल स्टडी दिखाई दे रहा है। हाँ जी बिल्कुल दिखाई दे रहा है। ठीक है, सेक्शनल सेक्शनल स्टडी। ठीक है, तो दूजा क्या हो जाएगा दूजा हो जाएगा लॉन्गिट्यूडनल स्टडी। ठीक है, लॉन्गिट्यूडनल स्टडी। ठीक है, क्या हो जाएगा क्रॉस सैक्शनल स्टडी ते लॉन्गिट्यूडनल स्टडी। ठीक है, हुण क्रॉस सैक्शनल स्टडी ते लॉन्गिट्यूडनल स्टडी च तुहानू क्या डिफरेंस देखने को मिलता है। तो पहले इनू अंडरलाइन असी कर लीए। ठीक है, एक इनू भी असी अंडरलाइन कर लीए। ठीक, एक क्रॉस सैक्शन स्टडी ते लॉन्ग सैक्शन स्टडी। हुण इहदे च मैं तुहानू दिखांदा कि मैं कहना क्या चाहुंदा। जिद्दां मान लो कि साडे कोल क्रॉस सैक्शन स्टडी च साडे कोल क्या है एक है
1 सेकेंड, 1 मिनट तुसी वेट करोगे बस, इस तो ज़्यादा वेट नहीं कराऊंगा। ठीक है, जिदा मान लो व्हाट द हेल इज गोइंग, मेंटली बस 1 मिनट ले। हूँ जरूर हो जाएगा। ठीक है, फिगर 1 2, ठीक है, सारे में छो 2 3, ठीक है, 1 2 3। ਹੁਣ ਅਸੀਂ ਇਹਨਾਂ ਨੂੰ क्या ਕਹਾਂਗੇ, ਇਹਨਾਂ ਨੂੰ ਅਸੀਂ ਨਾਮ ਦੇ ਦਿੰਦੇ। ਠੀਕ ਹੈ, ਇਹਨੂੰ ਅਸੀਂ ਨਾਮ ਦੇਤਾ ਗਰੁੱਪ 1, ਇਹਨੂੰ ਅਸੀਂ ਨਾਮ ਦੇਤਾ ਗਰੁੱਪ 2, ਇਹਨੂੰ ਅਸੀਂ ਨਾਮ ਦੇਤਾ ਗਰੁੱਪ 3। ਹੁਣ क्रॉस ਸੈਕਸ਼ਨਲ ਸਟੱਡੀ 'ਚ क्या ਹੋਏਗਾ, क्रॉस ਸੈਕਸ਼ਨਲ ਜਿਹੜੀ ਸਟੱਡੀ ਹੈ ਉਹਦੇ 'ਚ क्या ਹੋਏਗਾ, ਇੱਕ ਟਾਈਮ ਤੇ ਡਿਫਰੈਂਟ ਗਰੁੱਪ ਹੋਣਗੇ। ठीक है, जिदा मान लो एक क्लास 1 क्लास 2 क्लास 3 या फिर सैक्शन ए सैक्शन बी सैक्शन सी, किसी एक क्लास का सैक्शन ए है सैक्शन बी है सैक्शन सी है, इन्होंने असी क्या किया एक टेस्ट देता। ठीक है, तो उस टेस्ट च असी क्या करते हैं, जाके असी चेक करते हैं कि ग्रुप 1 ने क्या परफॉर्म किया, ग्रुप 2 ने क्या परफॉर्म किया, ग्रुप 3 ने क्या परफॉर्म किया। बट जो लॉन्गीट्यूडनल टेस्ट होएगा उहदे च इदां नहीं होएगा। ठीक है, उहदे च क्या होएगा, एक ही ग्रुप होएगा ग्रुप 1, ठीक है, फिर ग्रुप 1 फिर ग्रुप 1। ठीक है, इनू इदां लेके चलते हैं। ठीक है, तो इत्थे क्या होएगा, ग्रुप 1 वर्सेस ग्रुप 1 वर्सेस ग्रुप 1 वर्सेस ग्रुप 2 वर्सेस ग्रुप 3। ठीक है, ਹੁਣ ਇਹ क्या ਹੋਏਗਾ, ਇਹਨਾਂ ਦਾ ਜਿਹੜਾ ਕੰਪੈਰੀਜ਼ਨ ਹੋਏਗਾ ਨਾ, ਠੀਕ ਹੈ, ਜਿਹੜਾ ਕੰਪੈਰੀਜ਼ਨ ਹੋਏਗਾ ਇਹਨਾਂ ਦਾ ਉਹ ਸੇਮ ਟਾਈਮ ਤੇ ਹੋਏਗਾ, ਕੰਪੇਅਰਡ ਐਟ ਦਾ ਸੇਮ ਟਾਈਮ, ਕੰਪੇਅਰਡ ਐਟ ਦਾ ਸੇਮ ਟਾਈਮ। ਠੀਕ ਹੈ, ਕੰਪੇਅਰਡ ਐਟ ਦਾ ਸੇਮ ਟਾਈਮ ਅਸੀਂ क्या ਕਰਾਂਗੇ, ਇਹਨਾਂ ਨੂੰ ਕੰਪੇਅਰ ਸੇਮ ਟਾਈਮ ਤੇ ਕਰਾਂਗੇ। ਮਤਲਬ ਇੱਕ ਟੈਸਟ ਦੇਤਾ, ਰਿਜ਼ਲਟ ਆਇਆ ਤਾਂ ਸੇਮ ਟਾਈਮ ਤੇ ਇਹਨਾਂ ਦਾ ਕੰਪੈਰੀਜ਼ਨ ਕੀਤਾ ਜਾਏਗਾ। ਠੀਕ ਹੈ, ਜਿਹੜਾ ਕੰਪੈਰੀਜ਼ਨ ਆ ਉਹ ਸੇਮ ਟਾਈਮ ਤੇ ਕੀਤਾ ਜਾਏਗਾ। ਤੇ ਦੂਸਰੀ ਜਿਹੜੀ ਬੜੀ ਗੱਲ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਕਿਆ, ਕਿ ਇਹਦੇ 'ਚ ਜਿਹੜੇ ਗਰੁੱਪ ਹੋਣਗੇ ਉਹ ਡਿਫਰੈਂਟ ਹੋਣਗੇ ਸਾਰੇ। ਠੀਕ ਹੈ, ਤਾਂ ਦੂਸਰੀ ਜਿਹੜੀ ਗੱਲ ਹੈ ਉਹ ਕਿਆ, डिफरेंट ग्रुप्स आते हैं। समझ आ गई दो गल्ला, ग्रुप 1 है, ग्रुप 2 है, ग्रुप 3 है। साडे कोल 3 ग्रुप ने, ग्रुप 1, ग्रुप 2, ग्रुप 3। ठीक है, तो ये क्या होएगा, जेडे 3 वख-वख ग्रुप ने उन्होंने कंपेयर किया जाएगा, सेम टाइम ते कंपेयर किया जाएगा। ठीक है, सेम टाइम ते आके इन्हां दा कंपैरिजन किया जाएगा। बट जेड़ा लॉन्गिट्यूडनल होएगा, लॉन्गिट्यूडनल जेडी स्टडी होएगी उहदे च क्या होएगा, उहदे च ग्रुप क्या होएगा, सेम ग्रुप होएगा। उहदे च क्या डिफरेंट ग्रुप्स नहीं होंगे, क्या होंगे, सेम ग्रुप होंगे। ठीक है, सेम ग्रुप इज देयर, इज देयर। ठीक है, हुण जे सेम ग्रुप है तो एक ग्रुप का कंपैरिजन मैं उहदे नाल उसे समय नहीं कर सकता, उहदा मैं क्या विद पैसेज ऑफ टाइम है ना, ओवर टाइम उहदा मैं कंपैरिजन करांगा। ठीक है, मतलब अज जिहड़ा ग्रुप है उहदा अज जिहड़ा रिजल्ट आया मैं देखांगा अगले टेस्ट च उहदा क्या रिजल्ट आया, उस तो अगले टेस्ट च क्या रिजल्ट आया, उस तो अगले टेस्ट च क्या आया। ठीक है, मतलब मैं हौली 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 क्या विद पैसेज ऑफ टाइम या फिर विद रिस्पेक्ट टू टाइम इहदा चेंज देखांगा। ठीक है, यानी कि इहनूं असीं इदां देखदे हां कि कंपेयर्ड ओवर द टाइम, कंपेयर्ड ओवर द टाइम। ठीक है, क्लियर है जिन्नी गल। ठीक है, हुण मैं कहना क्या चाहुंदा, जिद्दां मान लो बई अज मान लो मेरी उम्र है 10 साल। ठीक है,
ਤਾਂ ਮੈਂ 10 ਸਾਲ 'ਚ ਜਿਹੜਾ ਆਪਣਾ ਬਿਹੇਵੀਅਰ ਨੋਟਿਸ ਕੀਤਾ ਯਾਰ ਵੀ ਇਦਾਂ ਦਾ ਹੈ, ਇਦਾਂ ਦਾ ਇਹਦਾ IQ ਲੈਵਲ ਇਹ ਹੈ, ਮੈਂ 5 ਸਾਲ ਬਾਅਦ ਜਦ 15 ਸਾਲ ਦਾ ਹੋਊਗਾ ਤਾਂ ਮੈਂ ਫਿਰ ਦੇਖੂੰਗਾ, ਮੈਨੂੰ ਫਿਰ ਐਗਜ਼ਾਮਿਨ ਕੀਤਾ ਜਾਏਗਾ, ਜਦੋਂ 20 ਸਾਲ ਦਾ ਹੋਊਗਾ ਫਿਰ ਐਗਜ਼ਾਮਿਨ ਕੀਤਾ ਜਾਏਗਾ। ਜੇ ਫਿਰ ਇੱਕ ਕਲਾਸ ਨੂੰ ਲੈ ਕੇ ਚੱਲਦੇ ਹਾਂ, ਕਲਾਸ 10th ਹੈ, ਕਲਾਸ 10th ਦਾ ਜਿਹੜਾ ਫਸਟ ਸਮੈਸਟਰ ਦਾ ਰਿਜ਼ਲਟ ਹੈ ਉਹ ਇਹ ਹੈ, ਸੈਕਿੰਡ ਦਾ ਇਹ ਹੈ, ਥਰਡ ਦਾ ਇਹ ਹੈ। ਮਤਲਬ ਅਸੀਂ ਕੀ ਕਰ ਰਹੇ ਹਾਂ, ਇੱਕ ਕਲਾਸ ਨੂੰ ਓਬਜ਼ਰਵ ਕਰ ਰਹੇ ਹਾਂ ਕਿ ਉਹਦੇ 'ਚ ਕੀ ਚੇਂਜਸ ਸਾਨੂੰ ਦੇਖਣ ਨੂੰ ਮਿਲਦੇ ਆ। ਤੇ ਜਿਹੜੇ ਕ੍ਰਾਸ ਸੈਕਸ਼ਨਲ ਹੋਏਗਾ, ਕ੍ਰਾਸ ਸੈਕਸ਼ਨਲ 'ਚ ਕੀ ਹੋਏਗਾ, ਡਿਫਰੈਂਟ ਗਰੁੱਪ ਹੋਣਗੇ, ਉਹਨਾਂ ਨੂੰ ਇੱਕੇ ਟਾਈਮ ਤੇ ਕੰਪੇਅਰ ਕੀਤਾ ਜਾਏਗਾ। ਮਤਲਬ ਬਹੁਤ ਸਾਰੇ ਪਾਰਟਿਸਿਪੈਂਟਸ ਨੇ, ਜਿੱਦਾਂ ਤੁਸੀਂ ਦੇਖਿਆ ਹੋਗਾ ਕੰਪੀਟੀਸ਼ਨ ਜਿਹੜਾ ਹੁੰਦਾ ਹੈ ਨਾ, ਕੋਈ ਵੀ ਰਾਈਟਿੰਗ ਕੰਪੀਟੀਸ਼ਨ ਹੈ, ਡਰਾਇੰਗ ਕੰਪੀਟੀਸ਼ਨ ਹੈ, ਇਦਾਂ ਦੇ ਜਿਹੜੇ ਕੰਪੀਟੀਸ਼ਨ ਨੇ, ਇਹਨਾਂ 'ਚੋਂ ਕੀ ਸਟੱਡੀ ਕੀਤੀ ਜਾਂਦੀ ਹੈ, ਇਹਨਾਂ 'ਚੋਂ ਸਟੱਡੀ ਕੀਤੀ ਜਾਂਦੀ ਹੈ ਕ੍ਰਾਸ ਸੈਕਸ਼ਨਲ ਸਟੱਡੀ। ਕੀ ਕੀਤੀ ਜਾਂਦੀ ਹੈ, ਕ੍ਰਾਸ ਸੈਕਸ਼ਨਲ ਸਟੱਡੀ। ਤੇ ਜਿਹੜੇ ਆਪਣੇ ਜਿੱਦਾਂ ਸਾਡੇ ਇੱਕ ਕਲਾਸ ਦੀ ਪਰਫਾਰਮੈਂਸ ਹੁੰਦੀ ਹੈ, ਬੱਚੇ ਦਾ ਜਿਹੜਾ ਰਿਪੋਰਟ ਕਾਰਡ ਬਣਦਾ ਹੈ ਨਾ, ਬੱਚੇ ਦਾ ਰਿਪੋਰਟ ਕਾਰਡ 'ਚ ਸਾਨੂੰ ਕੀ ਦੇਖਣ ਨੂੰ ਮਿਲਦਾ ਕਿ ਹਾਂਜੀ ਇਹਦੇ SAFA 'ਚ ਕਿੰਨੇ ਮਾਰਕਸ ਆਏ, ਫਸਟ SAFA 'ਚ ਕਿੰਨੇ, ਸੈਕਿੰਡ SA 'ਚ ਕਿੰਨੇ, ਥਰਡ SA 'ਚ FA 'ਚ ਕਿੰਨੇ ਆਏ, ਹੈ ਨਾ। ਤਾਂ ਜਿਹੜਾ ਰਿਪੋਰਟ ਕਾਰਡ ਸਾਡਾ ਬਣਦਾ ਲੌਂਗੀਟਿਊਡਨਲ ਸਟੱਡੀ ਹੁੰਦੀ ਹੈ। ਕੀ ਹੁੰਦੀ ਹੈ ਉਹ, ਲੌਂਗੀਟਿਊਡਨਲ ਸਟੱਡੀ। ਤੇ ਜਿਹੜਾ ਸਾਡਾ ਕੋਈ ਵੀ ਕੰਪੀਟੀਸ਼ਨ ਜਿਹੜਾ ਹੁੰਦਾ, ਰਾਈਟਿੰਗ ਕੰਪੀਟੀਸ਼ਨ, ਡਰਾਇੰਗ ਕੰਪੀਟੀਸ਼ਨ ਜਾਂ ਕੋਈ ਵੀ ਇੱਕ ਗੇਮ ਹੈ, ਠੀਕ ਹੈ, ਉਹਦੇ 'ਚ ਕੀ ਚੈੱਕ ਕੀਤਾ ਜਾਂਦਾ, ਕ੍ਰਾਸ ਸੈਕਸ਼ਨਲ ਸਟੱਡੀ। ਕ੍ਰਾਸ ਸੈਕਸ਼ਨਲ ਸਟੱਡੀ, ਠੀਕ ਹੈ, ਉਹ ਕੀ ਹੁੰਦੀ ਹੈ ਸਾਡੀ, ਕ੍ਰਾਸ ਸੈਕਸ਼ਨਲ ਸਟੱਡੀ। ਕਲੀਅਰ ਹੈ ਜੀ ਗੱਲ। ਤਾਂ ਦੋ ਤਰ੍ਹਾਂ ਦੀ ਸਾਨੂੰ ਸਟੱਡੀ ਵੀ ਇੱਥੇ ਦੇਖਣ ਨੂੰ ਮਿਲਦੀ ਹੈ। ਇੱਕ ਕੀ ਹੈ ਆਪਣੀ ਕ੍ਰਾਸ ਸੈਕਸ਼ਨਲ ਸਟੱਡੀ ਹੈ, ਠੀਕ ਹੈ, ਤੇ ਦੂਸਰੀ ਕੀ ਹੈ ਆਪਣੀ, ਦੂਸਰੀ ਹੈ ਲੌਂਗੀਟਿਊਡਨਲ ਸਟੱਡੀ। ਕਲੀਅਰ ਜੀ ਗੱਲ, ਠੀਕ ਹੈ। ਤਾਂ ਲੌਂਗੀਟਿਊਡਨਲ ਸਟੱਡੀ 'ਚ ਤੁਹਾਨੂੰ ਪੁੱਛ ਸਕਦਾ ਹੈ ਕਿ ਹਾਂਜੀ ਲੌਂਗੀਟਿਊਡਨਲ ਸਟੱਡੀ 'ਚ ਗਰੁੱਪ ਡਿਫਰੈਂਟ ਹੁੰਦੇ ਆ, ਸੇਮ ਹੁੰਦੇ ਆ, ਗਰੁੱਪ ਸੇਮ ਹੁੰਦਾ, ਠੀਕ ਹੈ। ਲੌਂਗੀਟਿਊਡਨਲ ਸਟੱਡੀ 'ਚ ਕੀ ਹੁੰਦਾ ਕਿ ਜਿਹੜਾ ਕੰਪੈਰੀਜ਼ਨ ਹੈ ਉਹ ਵਿਦ ਪੈਸੇਜ ਆਫ ਟਾਈਮ ਜਾਂ ਫਿਰ ਓਵਰ ਟਾਈਮ ਕੀਤਾ ਜਾਂਦਾ ਜਾਂ ਫਿਰ ਸੇਮ ਟਾਈਮ ਤੇ ਕੀਤਾ ਜਾਂਦਾ, ਨਹੀਂ ਜੀ ਉਹ ਓਵਰ ਟਾਈਮ ਕੀਤਾ ਜਾਂਦਾ। ਤੇ ਜਿਹੜੀ ਕ੍ਰਾਸ ਸੈਕਸ਼ਨਲ ਸਟੱਡੀ ਉਹਦੇ 'ਚ ਕੀ ਹੁੰਦਾ, ਜਿਹੜਾ ਗਰੁੱਪ ਹੈ ਇੱਕ ਹੋਏਗਾ ਜਾਂ ਇੱਕ ਤੋਂ ਜ਼ਿਆਦਾ ਹੋਣਗੇ, ਇੱਕ ਤੋਂ ਜ਼ਿਆਦਾ ਹੋਣਗੇ ਹਮੇਸ਼ਾ ਹੀ, ਠੀਕ ਹੈ। ਤੇ ਜਿਹੜਾ ਕੰਪੈਰੀਜ਼ਨ ਹੈ ਉਹ ਉਸੇ ਟਾਈਮ ਕੀਤਾ ਜਾਏਗਾ ਜਾਂ ਵਿਦ ਪੈਸੇਜ ਆਫ ਟਾਈਮ ਕੀਤਾ ਜਾਏਗਾ ਜਾਂ ਫਿਰ ਵਿਦ ਗੈਪ ਆਫ ਟਾਈਮ ਕੀਤਾ ਜਾਏਗਾ, ਨਹੀਂ ਜੀ ਉਸੇ ਟਾਈਮ ਸਾਰੇ ਗਰੁੱਪਸ ਦਾ ਕੰਪੈਰੀਜ਼ਨ ਇੱਕੇ ਥਾਂ ਤੇ, ਇੱਕੇ ਜਗ੍ਹਾ ਤੇ, ਇੱਕੇ ਸਮੇਂ ਤੇ ਕੀਤਾ ਜਾਏਗਾ। ਦੈਟ ਇਜ਼ ਕ੍ਰਾਸ ਸੈਕਸ਼ਨਲ ਸਟੱਡੀ। ਕਲੀਅਰ ਜੀ। ਇਹਦੇ ਤੋਂ ਕੁਐਸਚਨ ਕਈ ਵਾਰ ਸਾਨੂੰ ਦੇਖਣ ਨੂੰ ਮਿਲਦੇ ਨੇ, ਤਾਂ ਤੁਸੀਂ ਯਾਦ ਰੱਖੋਗੇ ਕ੍ਰਾਸ ਸੈਕਸ਼ਨ ਸਟੱਡੀ ਕੀ ਹੈ, ਲੌਂਗੀਟਿਊਡਨਲ ਸਟੱਡੀ ਕੀ ਹੈ। ਕਲੀਅਰ ਹੈ ਜੀ ਗੱਲ। ਤੇ ਅੱਜ ਦੇ ਸੈਸ਼ਨ 'ਚ ਇਹੀ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਸਾਰਾ ਬਹੁਤ ਵਧੀਆ ਤਰੀਕੇ ਨਾਲ। ਤੇ ਅੱਗੇ ਆਉਣ ਵਾਲੇ ਜਿਹੜੇ ਸਾਡੇ ਸੈਸ਼ਨਸ ਨੇ ਉਹਨਾਂ ਨੂੰ ਜ਼ਰੂਰ ਅਟੈਂਡ ਕਰੋ, ਤੇ ਜਿਹੜੇ ਵੀ ਤੁਹਾਡੇ ਨਾਲ ਐਸਪੀਰੈਂਟਸ ਨੇ ਪ੍ਰਿੰਸੀਪਲ ਐਗਜ਼ਾਮਸ ਦੇ, ਉਹਨਾਂ ਨੂੰ ਸਾਡੇ ਨਾਲ ਜੋੜੋ, ਕਿਉਂਕਿ ਜਿੰਨੇ ਜ਼ਿਆਦਾ ਐਸਪੀਰੈਂਟ ਸਾਡੇ ਨਾਲ ਜੁੜਨਗੇ ਉਨੇ ਹੀ ਜ਼ਿਆਦਾ ਵਧੀਆ ਕੁਆਲਿਟੀ ਤੁਹਾਨੂੰ ਟੀਚਿੰਗ 'ਚ ਦੇਖਣ ਨੂੰ ਮਿਲੇਗੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਤੁਹਾਡੇ ਪੋਸੀਬਲ ਸਫੇਅਰਸ ਨੇ, ਜੋ ਵੀ ਤੁਹਾਡੇ ਸਿਲੇਬਸ ਦੇ, ਜੋ ਪ੍ਰਿੰਸੀਪਲ ਦੇ ਐਗਜ਼ਾਮ 'ਚ ਸਾਨੂੰ ਦੇਖਣ ਨੂੰ ਮਿਲਣਗੇ, ਉਹ ਸਾਰੇ ਅਸੀਂ ਜਲਦ ਤੋਂ ਜਲਦ ਤੇ ਬਹੁਤ ਘੱਟ ਸਮੇਂ 'ਚ ਹੀ ਅਸੀਂ ਉਹਨੂੰ ਕਵਰ ਕਰ ਲਈਏ, ਕਿਉਂਕਿ ਪੜ੍ਹਨ ਵਾਸਤੇ ਬਹੁਤ ਕੁਝ ਹੈ, ਸਮਾਂ ਘੱਟ ਹੈ, ਬਟ ਅਸੀਂ ਕਰਨਾ ਕਿੱਦਾਂ ਹੈ, ਅਸੀਂ ਕੁਝ ਹਾਰਡ ਵਰਕ ਤਾਂ ਨਾਲ ਦੀ ਨਾਲ ਕਰਨਾ ਹੀ ਹੈ, ਬਟ ਜਿਹੜਾ ਸਮਾਰਟ ਵਰਕ ਹੈ ਉਹਦੇ ਤੇ ਅਸੀਂ ਜ਼ਿਆਦਾ ਫੋਕਸ ਕਰਨਾ ਹੈ। ਘੱਟ ਸ਼ਬਦਾਂ 'ਚ ਜ਼ਿਆਦਾ ਚੀਜ਼ਾਂ ਸਿੱਖਣੀਆਂ ਨੇ, ਠੀਕ ਹੈ। ਘੱਟ ਸਮਾਂ ਆਪਣਾ ਲਾ ਕੇ ਅਸੀਂ ਰਿਜ਼ਲਟ ਜਿਹੜਾ ਆਊਟਪੁੱਟ ਹੈ ਉਹ ਜ਼ਿਆਦਾ ਲੈ ਕੇ ਆਉਣਾ ਹੈ। ਕਲੀਅਰ ਹੈ ਜੀ। ਪੂਰੀ ਕੋਸ਼ਿਸ਼ ਰਹੇਗੀ ਸਾਡੀ ਵੀ, ਤੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ। ਮਿਲਦੇ ਆ ਬਾਕੀ ਨੈਕਸਟ ਸੈਸ਼ਨ 'ਚ। ਥੈਂਕ ਯੂ ਸੋ ਮਚ। ਤੇ ਆਪਣਾ ਇਸ ਸੈਸ਼ਨ 'ਚ ਜੁੜਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਲਦੇ ਨੈਕਸਟ ਸੈਸ਼ਨ 'ਚ। ਥੈਂਕ ਯੂ ਜੀ, ਬਾਏ।